ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਫਸਲ ਦੀ ਚੰਗੀ ਪੈਦਾਵਾਰ ਤੇ ਕਈ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਦੇ ਚੱਲਦਿਆਂ ਕਰਜ਼ 'ਚ ਡੁੱਬੇ ਕਿਸਾਨਾਂ ਤੇ ਇੱਕ ਹੋਰ ਝੰਡਾ ਰੋਗ ਨਾਮ ਦੀ ਮਾਰ ਪਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਲਈ ਲਗਾਈ ਪਨੀਰੀ ਨੂੰ ਝੰਡਾ ਰੋਗ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਾਜ਼ਾਰ ਦੀ ਬਜਾਏ ਐਗਰੀਕਲਚਰ ਵਿਭਾਗ ਵੱਲੋਂ ਬੀਜ ਲਿਆ ਸੀ, ਪਰ ਪਨੀਰੀ ਨੂੰ ਝੰਡਾ ਰੋਗ ਪੈਣਾ ਸ਼ੁਰੂ ਹੋ ਗਿਆ, ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਝੋਨੇ ਦੀ ਲਾਵੀ ਵੀ ਲੇਟ ਹੋ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਸਾਨਾਂ ਨੂੰ ਇਹ ਗਲਤ ਬੀਜ ਕਿਉਂ ਦਿੱਤੇ ਗਏ ਨੇ, ਜਿਸ ਕਰਕੇ ਉਹਨਾਂ ਦਾ ਨੁਕਸਾਨ ਹੋਇਆ। ਇਹ ਐਗਰੀਕਲਚਰ ਡਿਪਾਰਟਮੈਂਟ ਤੋਂ ਬੀਜ ਲਿਆ ਸੀਗਾ। ਜਦੋਂ ਮੈਂ ਉਹਨਾਂ ਨਾਲ ਜਾ ਕੇ ਸੰਪਰਕ ਕੀਤਾ, ਉਹਨਾਂ ਨੇ ਆਪਣੇ ਮਿੱਟੀ ਝਾੜਤੀ, ਗੋਂਗਲੋਂ ਤੋਂ ਮਿੱਟੀ ਝਾੜਤੀ ਵੀ ਉਹਨਾਂ ਨੇ ਆਖਿਆ ਵੀ ਇਹਦੀ ਬੁਨਿਆਦ ਖਤਮ ਹੋਣ 'ਤੇ ਆਈ ਆ। ਜਿਹੜਾ ਕਿੱਦਾਂ ਕਹਿੰਦੇ ਬੱਚਾ ਤਿਆਰ ਹੁੰਦਾ, ਜਵਾਨ ਹੁੰਦਾ, ਬੁਢੇਪੇ ਤੋਂ ਬਾਅਦ ਉਹਦਾ ਲਾਸਟ ਆ, ਕਹਿੰਦੇ ਉਸੇ ਤਰ੍ਹਾਂ ਬੀਜ ਦੀ ਵੀ ਨਾ ਇੱਕ ਟਾਈਮ ਆ। ਟਾਈਮ ਖਤਮ ਹੋਣ ਤੋਂ ਬਾਅਦ ਕਹਿੰਦਾ ਵੀ ਇਹਦਾ ਬੁਨਿਆਦ ਖਤਮ ਹੋ ਚੁੱਕੀ ਹੈ। ਇਹ ਗਾਂ ਇਸੇ ਤਰ੍ਹਾਂ ਹੀ ਸਾਲ 2 ਸਾਲ ਦੇ ਵਿੱਚ ਬਿਲਕੁਲ ਜ਼ੀਰੋ ਹੋ ਜਾਊਗਾ, ਜ਼ੀਰੋ ਲੈਵਲ 'ਤੇ ਚੱਲ ਜਾਊਗਾ। ਪਰ ਉਹਨਾਂ ਜੇ ਇਹ ਬੁਨਿਆਦ ਹੈਗੀ ਆ ਤਾਂ ਲੋਕਾਂ ਨੂੰ ਕਿਉਂ ਗੁੰਮਰਾਹ ਕਰਨ ਦੇ, ਕਿਉਂ ਬੀਜ ਦੇਣ ਡਿਆ? ਉਹਨਾਂ ਨੂੰ ਚਾਹੀਦਾ ਬੀਜ ਬੰਦ ਕਰ ਦੇਣਾ ਚਾਹੀਦਾ। ਜੇ ਕੋਈ ਨਵੀਂ ਵੈਰਾਈਟੀ ਹੈਗੀ ਤਾਂ ਦੇਣ, ਨਹੀਂ ਹੈਗੀ ਤੇ ਇਹ ਬੀਜ ਬਿਲਕੁਲ ਨਾ ਦੇਣ। ਤਾਂ ਉਹਨਾਂ ਨੇ ਆਪਣਾ ਪੱਲਾ ਝਾੜ ਲਿਆ, ਕਮਾਈ ਕਰਕੇ ਬਹਿ ਗਏ। ਤੇ ਲੋਕ ਕੀ ਕਰਨਗੇ ਹੁਣ ਜਿਨ੍ਹਾਂ ਨੇ ਪਨੀਰੀਆਂ ਬੀਜ ਲੀਆਂ? ਜੇ ਮੰਨ ਲਓ ਵੀ ਅੱਜ ਜਿਵੇਂ ਥਾਂ ਬਣਾਉਣ ਡਏ ਆ ਤਾਂ ਕਦੋਂ ਪਨੀਰੀ ਤਿਆਰ ਹੋਈ, ਕਦੋਂ ਲੱਗੀ? ਲੇਬਰ ਤਾਂ ਅੱਗੇ ਨਹੀਂ ਮਿਲਦੀ ਪਈ। ਕੀ ਲੱਗਦਾ ਸਾਨੂੰ ਪਿਛਲੇ 2 ਸਾਲ ਹੋਏ, 3-4 ਕਿੱਲੇ ਅਸੀਂ ਉਦੋਂ ਵੀ ਵਾਇਆ ਸੀਗਾ। ਇਸ ਵਾਰ ਵੀ ਹੋਣਾ ਪਊ? ਇਹ ਪਨੀਰੀ ਹੁਣ ਛੱਡ ਦਿੱਤੀ, ਪਨੀਰੀ ਤੇ ਲਾਵਾਂਗੇ ਨਹੀਂ ਕੁਛ ਵੀ ਹੋਵੇ। ਜਿਹੜਾ ਮਾਰਕੀਟ ਵਿੱਚ ਵੀ ਆ ਰਿਹਾ ਉਹ ਠੀਕ ਆ ਰਿਹਾ। ਇਹਨਾਂ ਨੇ ਆਖਿਆ ਵੀ ਇਹਦੀ ਬੁਨਿਆਦ ਖਤਮ ਹੋ ਰਹੀ ਆ। ਕੀ ਲੱਗਦਾ ਵਾ ਜਿਹੜੇ ਇੰਨੇ ਕਿਸਾਨਾਂ ਨੇ ਲਾਇਆ ਹੋਊਗਾ ਪੂਰੇ ਪੰਜਾਬ 'ਚ, ਕਿੱਥੇ ਕਿੱਥੇ ਗਿਆ ਹੋਊਗਾ? ਇਹ ਤਾਂ ਡਿਪਾਰਟਮੈਂਟ ਨੂੰ ਪਤਾ ਨਾ ਹੁਣ ਕਿੰਨਾ ਕੁ ਬੀਜ ਵੇਚਿਆ, ਕਿੰਨਾ ਕੁ ਏਰੀਆ ਉਹਨੇ ਕਵਰ ਕੀਤਾ ਹੈਗਾ। ਇਹ ਉਹੀ ਜਾਣਦੇ ਆ ਨਾ। ਜਿਸ ਤਰ੍ਹਾਂ ਲੱਗਣ ਡਿਆ ਵੀ ਕਿਸਾਨੀ ਖਤਮ ਆ, ਡੁੱਬ ਚੁੱਕੀ ਕੀ ਕਿਸਾਨ। ਲੱਗਦਾ ਕਿੰਨੇ ਕੁ ਵੱਡੇ ਪੱਧਰ ਤੇ ਕਿਸਾਨਾਂ ਨੂੰ ਇਹਦਾ ਨੁਕਸਾਨ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੈ ਜੀ। ਕੀ ਮੰਗ ਕਰਦੇ? ਮੰਗ ਇਹੋ ਹੀ ਆ ਵੀ ਇਹਨਾਂ ਦਾ ਸਰਕਾਰ ਨੇ ਦੇਣਾ ਤਾਂ ਕੁਛ ਹੈ ਨਹੀਂ। ਇਹ ਤਾਂ ਮੰਗ ਕੀਤੀ ਵੀ ਉਹੋ ਜੀ, ਨਾ ਕੀਤੀ ਵੀ ਉਹੋ ਜੀ। ਇਹਦੇ ਅੱਗੇ ਆਪਣੇ ਸਿਰ ਡਹਿ ਜੋ ਕੁਛ ਵੀ ਕਰਨ ਦੇ ਜ਼ਿਮੀਂਦਾਰ। ਕੋਈ ਮੰਗ ਕਰਦੇ ਹੋ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਕਿਵੇਂ? ਜਾਂਚ ਤਾਂ ਹੋਣੀ ਚਾਹੀਦੀ ਆ, ਬਿਲਕੁਲ ਕਲੀਅਰ ਹੈ ਚ ਵੀ ਇਹ ਬੀਜ ਕਿੱਥੋਂ ਲਿਆਂਦਾ ਗਿਆ, ਉਹਨੂੰ ਸਾਰਾ ਪਤਾ ਕੀਤਾ ਜਾਣਾ ਚਾਹੀਦਾ। ਕੀ ਕਾਰਨ ਸੀਗਾ ਬੀਜ ਇਦਾਂ ਦਾ ਦੇਣ ਦਾ? ਉਹਦੇ 'ਚ ਵੀ ਸਾਡੇ ਕੋਲ ਪੰਸੀਡ ਦਾ ਇਹ ਸੀਡ ਆਇਆ ਸੀ 15/9 ਦਾ। ਜਿਵੇਂ ਤੁਸੀਂ ਕਹਿ ਰਹੇ ਵੀ ਉਹਦੇ 'ਚ ਝੰਡਾ ਰੋਗ ਦਾ ਕੋਈ ਸ਼ਿਕਾਇਤ ਆਈ ਹੈ। ਉਹਦੇ 'ਚ ਵੀ ਇੱਕ ਤਾਂ ਇਹ ਡਿਜ਼ੀਜ਼ ਜਿਹੜੀ ਆ ਸੀਡ ਬੋਰਨ ਆ ਤੇ ਸੋਇਲ ਬੋਰਨ ਆ। ਹੋ ਸਕਦਾ ਆ ਕਿ ਫਾਰਮਰ ਨੇ ਉੱਥੇ ਪਨੀਰੀ ਬੀਜੀ ਹੈ ਜਿੱਥੇ ਲਾਸਟ ਟਾਈਮ ਉਹਨੇ ਇੱਥੇ 15/9 ਜਾਂ 11 ਬੀਜੀ ਹੋਈ। ਇਹਨਾਂ ਦੋਨਾਂ ਵੈਰਾਈਟੀਆਂ 'ਤੇ ਝੰਡਾ ਰੋਗ ਆਮ ਗੱਲ ਆਉਂਦਾ ਹੈ। ਬਾਕੀ ਇਹ ਵੀ ਫਾਰਮਰ ਨੂੰ ਗਾਈਡ ਵੀ ਕੀਤਾ ਜਾਂਦਾ ਹੈ ਜਦੋਂ ਸੀਡ ਲੈ ਕੇ ਜਾਂਦਾ ਵੀ ਇਹਨੂੰ ਜਿਹੜਾ ਸੀਡ ਆ ਇਹਨੂੰ ਆਪਣੀ ਟ੍ਰੀਟਮੈਂਟ ਨਹੀਂ ਹੋਈ, ਇਹਨੂੰ ਬਾਜ਼ਾਰੋਂ ਲੈ ਕੇ ਸਪ੍ਰਿੰਟ ਦਵਾਈ ਹੁੰਦੀ ਹੈ, ਉਹ 3 ਗ੍ਰਾਮ ਪਰ kg ਨਾਲ ਉਹਨੂੰ ਸੋਧ ਕੇ ਓਵਰਨਾਈਟ ਨੂੰ ਰੱਖ ਕੇ ਧੋ ਕੇ ਉਹਦੇ ਵਿੱਚ ਤੇ ਫਿਰ ਉਹਨੂੰ ਨੈਕਸਟ ਡੇ ਉਹਦੀ ਸਵਿੰਗ ਕਰਨੀ ਚਾਹੀਦੀ ਹੈ। ਉਹਨਾਂ ਕਾਫੀ ਹੱਦ ਤੱਕ ਜਿਹੜਾ ਹੈ ਇਹ ਕੰਟਰੋਲ ਹੋ ਜਾਂਦਾ। ਬਾਕੀ ਜਿੱਥੋਂ ਤੱਕ ਮਤਲਬ ਕਿ ਫਾਰਮਰ ਦੀ ਸ਼ਿਕਾਇਤ ਹੈ ਜਾਂ ਕਹਿ ਲਓ ਕਿ ਉਹਨਾਂ ਦੇ ਵਿੱਚ ਹੈ ਉਹ ਠੀਕ ਹੈ। ਅਸੀਂ ਇਹ ਪੰਸੀਡ ਨੂੰ ਮੰਗਾਇਆ, ਪੰਸੀਡ ਨੂੰ ਅਸੀਂ ਸੂਚਿਤ ਕਰ ਦਾਂਗੇ ਕਿ ਤੁਹਾਡਾ ਇਹਦੇ ਵਿੱਚ ਆਹ ਰੋਗ ਆਇਆ ਤੇ ਇਹ ਤੋਂ ਖਿਆਲ ਰੱਖਣਾ। ਇਹਦਾ ਹੱਲ ਕੀ ਹੈ ਜੀ? ਹੁਣ ਹਾਲੇ ਤਾਂ ਇਹੋ ਹੀ ਆ ਕਿ ਜਿਹੜੇ ਹੁਣ ਬੂਟੇ ਵਿੱਚ ਨਿਕਲ ਆਏ ਆ ਵਿਰਲੇ ਵਿਰਲੇ ਕਿਤੇ ਉਹਨਾਂ ਨੂੰ ਤੇ ਉਹ ਕੱਢ ਕੇ ਤਾਂ ਨਸ਼ਟ ਕਰ ਦੇਣ। ਬਾਕੀ ਉਸ ਤੋਂ ਬਾਅਦ ਜਦੋਂ ਉਹਨਾਂ ਟ੍ਰਾਂਸਪਲਾਂਟ ਕਰਨੀ ਆ ਉਸ ਤੋਂ ਪਹਿਲਾਂ ਉਹਨਾਂ ਨੂੰ ਪ੍ਰੋਪੀਕੋਨਾਜ਼ੋਲ ਦੇ ਘੋਲ ਦੇ ਵਿੱਚ ਸ਼ਾਮ ਨੂੰ ਪਨੀਰੀ ਪੁੱਟ ਕੇ ਉਹਦੀਆਂ ਜੜ੍ਹਾਂ ਉਹਦੇ ਵਿੱਚ ਘੋਲ ਦੇ ਵਿੱਚ ਪਾਣੀ ਦੇ ਵਿੱਚ ਮਿਕਸ ਕਰਕੇ ਪ੍ਰੋਪੀਕੋਨਾਜ਼ੋਲ ਰਾਤ ਉਹਦੇ ਵਿੱਚ ਰਹਿਣ ਦਾ ਤੇ ਸਵੇਰੇ ਉਹਨੂੰ ਨੈਕਸਟ ਟਾਈਮ ਡੇ ਉਹਨੂੰ ਟ੍ਰਾਂਸਪਲਾਂਟ ਕਰ ਉਹਨਾਂ ਕਾਫੀ ਹੱਦ ਤੱਕ ਦਾ ਕੰਟਰੋਲ ਜਿਹੜਾ ਹੋ। ਕੀ ਗਾਰੰਟੀ ਆ ਵੀ ਜਦੋਂ ਬਾਅਦ ਦੇ ਵਿੱਚ ਉਹ ਬਿਲਕੁਲ ਸਹੀ ਫਸਲ ਹੋਏਗੀ, ਨੁਕਸਾਨ ਤਾਂ ਨਹੀਂ ਹੋਏਗਾ ਕਿਸਾਨਾਂ ਦਾ? ਇਹ ਬਲਕਿ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਆ, ਉਹ ਅਸੀਂ ਤੁਹਾਨੂੰ ਦੇ ਰਹੇ ਹਾਂ। ਬਾਕੀ ਉਹ ਕਿਸੇ ਹੱਦ ਤੱਕ ਉਹ ਸੀਡ ਦੇ ਵਿੱਚ ਜਾਂ ਸੋਇਲ ਦੇ ਵਿੱਚ ਹੋਰ ਆ ਸਕਦੀ ਆ, ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਪਰ ਕਾਫੀ ਹੱਦ ਤੱਕ ਜਿਹੜਾ ਆ ਉਹ ਇਹਦਾ ਕੰਟਰੋਲ ਇਹੋ ਹੀ। ਕੋਈ ਮੁਆਵਜ਼ਾ ਇਹਦੇ ਸਬੰਧ 'ਚ ਮਿਲ ਸਕਦਾ ਜੇ ਕਿਸਾਨ ਨਹੀਂ ਲਾਉਣਾ ਚਾਹੁੰਦੇ? ਮੁਆਵਜ਼ਾ ਤੇ ਮਤਲਬ ਕਿ ਆਪਾਂ ਦੇ ਕੋਈ ਸਾਡੇ ਤੇ ਹੱਥ ਵਸ ਨਹੀਂ। ਕੁਛ ਇਹ ਆ ਵੀ ਪੰਸੀਡ ਕੋ ਆਇਆ, ਪੰਸੀਡ ਨੂੰ ਹੀ ਇਹ ਲਿਖ ਦੇਵਾਂਗੇ ਵੀ ਆਹ ਤੁਹਾਡੀ ਸ਼ਿਕਾਇਤ ਆਈ ਹੈ। ਬਾਕੀ ਮੁਆਵਜ਼ੇ ਬਾਰੇ ਅਸੀਂ ਕੋਈ ਤੁਹਾਨੂੰ। ਮੇਰਾ ਨਾਮ ਭਾਜੀ ਲਖਬੀਰ ਸਿੰਘ ਹੈ, ਠੀਕ ਹੈ। ਤੇ ਬੇਨਤੀ ਅਸੀਂ ਇਹ ਕਰਨ ਲੱਗੇ ਆ ਕਿ ਪਹਿਲਾਂ ਤਾਂ ਸਾਨੂੰ ਇਹ ਛੱਛੋਪੰਜੇ 'ਚ ਪਏ ਆ ਕਿ ਅਸੀਂ ਕਿਹੜੀ ਵੈਰਾਈਟੀ ਲਾਈਏ ਤੇ ਕਿਹੜੀ ਨਾ ਲਾਈਏ, ਕਿਉਂਕਿ ਲੋਕਡਾਊਨ ਦਾ ਪਤਾ ਕੋਈ ਨਹੀਂ ਕਿੰਨਾ ਚਿਰ ਚੱਲਣਾ, ਠੀਕ ਹੈ ਜੀ। ਫਿਰ ਅਸੀਂ ਕੀ ਕੀਤਾ ਕਿ ਅਸੀਂ ਖੇਤੀਬਾੜੀ ਮਹਿਕਮੇ ਕੋਲ ਆ ਕੇ ਪੰਸੀਡ ਦਾ ਬੀਜ ਲਿਆ ਕੇ 1509 ਦਾ ਬੀਜਿਆ ਜੀ, ਔਰ ਬੜੇ ਵਿਸ਼ਵਾਸ ਨਾਲ ਬੀਜਿਆ ਕਿ ਬਾਜ਼ਾਰੋਂ ਲੈ ਕੇ ਆਵਾਂਗੇ ਉਹ ਨਾ ਤਾਂ ਕੋਈ ਬਿੱਲ ਦਿੰਦੇ ਨੇ ਤੇ ਨਾ ਹੀ ਕੋਈ ਵਾਰੰਟੀ ਵਗੈਰਾ ਦਿੰਦੇ ਕਿ ਠੀਕ ਹੈ। ਹੁਣ ਇਹ ਕਿਹਾ ਕਿ ਇਹ ਸਾਰੇ ਬੂਟੇ ਜਿਹੜੇ ਆ, ਇੱਕ ਹੁੰਦੀ ਝੰਡੀ ਰੋਗ ਜਿਹੜੀ
ਨਸਾਰੂ ਬੂਟੇ ਨਿਕਲਣ ਵਾਲੇ, ਉਹ ਸਾਡੀ ਪਨੀਰੀ ਦੇ ਵਿੱਚੋਂ ਹੁਣ ਤੋਂ ਹੀ ਚਾਲੂ ਹੋ ਗਏ ਨਿਕਲਣੇ। ਔਰ ਜਦੋਂ ਇਹ ਪਨੀਰੀ ਪੁੱਟ ਕੇ ਅਸੀਂ ਲਾਵਾਂਗੇ, ਖੇਤਾਂ ਦੇ ਵਿੱਚ ਲਾਵਾਂਗੇ, ਇਹ ਤਕਰੀਬਨ ਸਾਰੇ ਹੀ ਇਸੇ ਤਰ੍ਹਾਂ ਨਿਕਲ ਆਉਣੇ ਆ ਤੇ ਜਿਹੜਾ ਸਾਡਾ ਬਹੁਤ ਜ਼ਿਆਦਾ ਹੀ ਮਾਲੀ ਨੁਕਸਾਨ ਹੋਣਾ। ਅਸੀਂ ਬੇਨਤੀ ਕਰਦੇ ਹਾਂ ਖੇਤੀਬਾੜੀ ਮਹਿਕਮੇ ਕੋ ਕਿ ਖੇਤੀਬਾੜੀ ਮਹਿਕਮੇ ਵੀ ਘਰ ਬੀਜ ਨਹੀਂ ਤਿਆਰ ਕੀਤਾ, ਇਹਨਾਂ ਪੰਛੀ ਦਾ ਬੀਜ ਜਿੱਥੋਂ ਮੰਗਾਇਆ ਵਾ ਉੱਥੋਂ ਇਹਦੀ ਇਨਕੁਆਇਰੀ ਕਰਕੇ ਇਹ ਪਤਾ ਕੀਤਾ ਜਾਵੇ ਕਿ ਇਹ ਬੀਜ ਇਸ ਤਰ੍ਹਾਂ ਕਿਉਂ ਤਿਆਰ ਕੀਤਾ ਗਿਆ ਵਾ ਔਰ ਜ਼ਿਮੀਂਦਾਰ ਦਾ ਕਿਉਂ ਨੁਕਸਾਨ ਹੋ ਰਿਹਾ। ਕਿੰਨੀ ਪੈਲੀ ਤੁਹਾਡੀ ਤੇ ਕਿੰਨੀ ਤੁਸੀਂ ਕਦੋਂ ਦੀ ਲਾ ਰਹੇ ਹੋ? ਮੈਂ ਵੇਖੋ ਜੀ ਅਸੀਂ ਵੰਡ ਕੇ ਸਾਰੀ ਲਾਉਣੀ, ਕੋਈ 5-5 7-7 ਕਿੱਲੇ 7-7 8-8 ਕਿੱਲੇ, ਕੋਈ 11 ਕਿੱਲੇ ਲਗਾਵਾਂਗੇ, ਕੋਈ 1500 ਲਵਾਵਾਂਗੇ ਤੇ ਕੁਝ ਹੈਗੀ 121 ਵੈਰਾਈਟੀ ਉਹ ਲਾਵਾਂਗੇ। ਲੇਕਿਨ ਸਾਨੂੰ ਜ਼ਿਆਦਾ ਸ਼ਿਕਾਇਤ ਜਿਹੜੀ 1509 ਦੇ ਵਿੱਚ ਆ ਰਹੀ ਹੈ। ਕੁੱਲ ਕਿੰਨਾ ਕੁ ਨੁਕਸਾਨ ਲੱਗਦਾ ਤੁਹਾਨੂੰ ਫਿਰ? ਕੁੱਲ ਘੱਟੋ ਘੱਟ ਹੀ ਸਾਨੂੰ ਤਾਂ ਲਾ ਲਓ ਵੀ 8 ਕਿੱਲੇ ਮੈਂ ਲਾਉਣੀ ਸੀ, ਇਹ 8 ਕਿੱਲਿਆਂ ਦਾ ਨੁਕਸਾਨ ਤੁਸੀਂ ਲਾ ਲਓ ਵੀ ਔਸਤ ਕੱਢ ਲਓ ਤੁਸੀਂ। ਕੀ ਮੰਗ ਕਰਦੇ ਜੀ? ਮੰਗ ਇਹ ਕਰਦੇ ਕਿ ਵੇਖੋ ਜੀ, ਪਹਿਲੀ ਗੱਲ ਮੰਗ ਕਰਨ ਤੋਂ ਪਹਿਲਾਂ ਇਹ ਕਹਿੰਦੇ ਕਿ ਜੇ ਅਸੀਂ ਹੁਣ ਅੱਜ ਪਨੀਰੀ ਤਿਆਰ ਕਰਦੇ ਹਾਂ, ਅੱਜ ਬੀਜਦੇ ਹਾਂ ਔਰ ਬਹੁਤ ਕਾਫੀ ਲੇਟ ਹੋ ਜਾਣੀ ਹੈ, ਠੀਕ ਹੈ। ਔਰ ਇਹਦੇ ਵਿੱਚ ਨੁਕਸਾਨ ਸਾਨੂੰ ਝੱਲਣਾ ਪੈਣਾ, ਨਵਾਂ ਬੀਜ ਲਿਆਵਾਂਗੇ, ਖਾਦ ਪਾਵਾਂਗੇ, ਫਿਰ ਜੋ ਪੈਲੀ ਬਣਾਵਾਂਗੇ। ਸਵੇਰਾ ਟਾਈਮਸ ਲਈ ਅਜਨਾਲਾ ਤੋਂ ਪੰਕਜ ਮੱਲੀ ਦੀ ਰਿਪੋਰਟ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।